So everyone IELTS ਰੀਡਿੰਗ ਤੇ ਰੀਡਿੰਗ ਦੇ ਮੋਡਿਊਲ ਦੇ ਵਿੱਚ ਤੁਹਾਨੂੰ ਸਭ ਤੋਂ ਬੈਸਟ ਚੀਜ਼ ਹੁੰਦੀ ਹੈ ਜਦੋਂ ਤੁਸੀਂ ਰਾਈਟਰ ਦੇ ਨੇਮ ਮਤਲਬ ਕਿ ਲਿਸਟ ਆਫ ਪੀਪਲ ਉਸ ਨੂੰ ਮੈਚ ਕਰਦੇ ਹੋ ਤਾਂ ਸਭ ਤੋਂ ਪਾਵਰਫੁਲ ਜਿਹੜੀ ਚੀਜ਼ ਹੈ ਉਹ ਤੁਹਾਡੇ ਸਾਹਮਣੇ ਆਉਂਦੀ ਹੈ। ਅੱਜ ਦੀ ਕਲਾਸ ਹੋਏਗੀ ਜਿਹੜੀ ਉਹ ਹੋਏਗੀ ਲਿਸਟ ਆਫ ਪੀਪਲ ਨੂੰ ਕਿਵੇਂ ਮੈਨੇਜ ਕਰਨਾ ਹੈ। ਇੱਕ ਇੱਕ ਚੀਜ਼ ਨੂੰ ਮੈਂ ਸਟੈਪ ਬਾय ਸਟੈਪ ਤੁਹਾਨੂੰ ਕਲੀਅਰ ਕਰੂੰਗਾ ਤੇ ਉਮੀਦ ਹੋਊਗੀ ਕਿ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਤੇ ਇਹ ਯਾਦ ਰੱਖਿਓ ਜਿਸ ਤਰੀਕੇ ਨਾਲ ਅਸੀਂ ਤੁਹਾਨੂੰ ਪੜਾਵਾਂਗੇ ਪੇਪਰ ਦੇ ਵਿੱਚ ਤੁਸੀਂ ਸੇਮ ਅਪਲਾਈ ਕਰਕੇ ਆਈਓ 100% ਤੁਹਾਡੀਆਂ ਟ੍ਰਿਕਸ ਨਾਲ ਪੇਪਰ ਤੁਹਾਡਾ ਕਲੀਅਰ ਹੋ ਜਾਏਗਾ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਅਸੀਂ ਤੁਹਾਨੂੰ ਫਿਲ ਇਨ ਦਾ ਬਲੈਂਕ ਪੜਾਈਆਂ, ਅਸੀਂ ਤੁਹਾਨੂੰ ਟਰੂ ਫਾਲਸ ਪੜਾਏ, ਅਸੀਂ ਤੁਹਾਨੂੰ ਇੱਕ ਉਹ ਸੀਗਾ ਮੈਚ ਦਾ ਪੈਰਾਗ੍ਰਾਫ ਸੀ ਜਿਹੜੇ ਆਪਾਂ ਉਹਨਾਂ ਨੂੰ ਕੀਤਾ। ਅੱਜ ਅਸੀਂ ਕਰਾਂਗੇ ਲਿਸਟ ਆਫ ਪੀਪਲ। ਰੀਡਿੰਗ ਦੇ ਵਿੱਚ ਲਿਸਟ ਆਫ ਪੀਪਲ ਸਭ ਤੋਂ ਇੰਪੋਰਟੈਂਟ ਨੇ ਤੇ ਜੇਕਰ ਕਿਸੇ ਬੰਦੇ ਨੂੰ ਇਹਦੀਆਂ ਟ੍ਰਿਕਸ ਸਮਝ ਆ ਗਈਆਂ ਤਾਂ 100% ਉਹਦਾ ਐਗਜ਼ਾਮ ਹੈ ਜਿਹੜਾ ਉਹ 9 ਬੈਂਡ ਦੇ ਨਾਲ ਕਲੀਅਰ ਹੋਏਗਾ। ਯਕੀਨ ਕਰਿਓ ਮੇਰੀ ਗੱਲ ਤੇ ਇਕੱਲੇ 2 ਮੋਡਿਊਲ ਨੇ ਜਿਹਦੇ 'ਚ ਕੋਈ ਵੀ ਬੰਦਾ ਬਹੁਤ ਆਸਾਨੀ ਨਾਲ ਬੈਂਡ ਲੈ ਸਕਦਾ ਹੈ 9 ਆਊਟ ਆਫ 9। ਕਿਹੜੇ ਕਿਹੜੇ ਨੇ? ਨੰਬਰ 1 ਰੀਡਿੰਗ ਤੇ ਨੰਬਰ 2 ਲਿਸਨਿੰਗ। ਰੀਡਿੰਗ ਤੇ ਲਿਸਨਿੰਗ ਦੇ ਵਿੱਚੋਂ ਬਹੁਤ ਸੌਖਾ ਹੈਗਾ 9 ਦੇ ਵਿੱਚੋਂ 9 ਮਤਲਬ 9 ਦੇ ਵਿੱਚੋਂ 9 ਬੈਂਡ ਨੂੰ ਕੱਢਣਾ। ਰਾਈਟਿੰਗ ਤੇ ਸਪੀਕਿੰਗ ਹਾਲੇ ਥੋੜਾ ਜਿਹਾ ਡਿਫਰੈਂਟ ਹੋ ਜਾਂਦਾ। ਚਲੋ ਆਓ ਆਪਾਂ ਸਮੇਂ ਨੂੰ ਖਰਾਬ ਨਹੀਂ ਕਰਦੇ ਤੇ ਆਪਾਂ ਆਪਣੀ ਕਲਾਸ ਦੇ ਲਿਸਟ ਆਫ ਪੀਪਲ ਨੂੰ ਕਿਵੇਂ ਪੜ੍ਹਦੇ ਆ ਅਸੀਂ ਤੁਹਾਡੇ ਨਾਲ ਉਸ ਗੱਲ ਨੂੰ ਸ਼ੇਅਰ ਕਰੀਏ। ਲਓ ਜੀ ਆਪਾਂ ਆਪਣੀ ਖੋਲਦੇ ਹਾਂ ਪੈਨ ਡਰਾਈਵ ਡਾਟਾ ਫੋਲਡਰ ਨੰਬਰ 48। ਲਓ ਜੀ ਕੀ ਬਾਤ ਹੈ। ਅੱਜ ਬਹੁਤ ਨਵੀਂ ਜਿਹੜੀ ਹੈ ਉਹ ਅਸੀਂ ਤੁਹਾਨੂੰ ਸ਼ੁਰੂ ਕਰਾਂਗੇ। ਜਿਹੜੀ ਰੀਡਿੰਗ ਹੋਏਗੀ ਉਹ ਬਹੁਤ ਨਵੀਂ ਹੈਗੀ ਤੇ ਤਰੀਕਾ ਦੇਖੋ ਸਾਡਾ ਕਿ ਲਿਸਟ ਆਫ ਪੀਪਲ ਹੈ ਜਿਹੜਾ ਉਹ ਸਭ ਤੋਂ ਵਧੀਆ ਤਰੀਕੇ ਨਾਲ ਅਸੀਂ ਪੜਾਵਾਂਗੇ। ਲਾਊਡ ਬੋਲਿਓ ਡਨ। ਤੇ ਲਿਸਟ ਆਫ ਪੀਪਲ ਆਪਾਂ ਦੇਖੀਏ ਕੌਣ ਕੌਣ ਨੇ। ਨੰਬਰ 1 ਹੈ ਕ੍ਰਿਸਟੋਫਰ ਪੀਟਰਸਨ, ਡੇਵਿਡ ਫੈਜ਼ਗੈਂਡਬਮ, ਸੁਜ਼ਵਾਨੇ ਸੈਂਜਨਟਰਮ, ਟੌਡ ਕਸ਼ਦਾ ਜਾਂ ਸਾਈਥੀਆ ਪੌੜੀ। ਹੋ ਜੇ ਤੁਹਾਡੇ ਚੋਂ ਕੋਈ ਵੀ ਬੱਚਾ ਐਵੇਂ ਦਾ ਹੋਵੇ ਜਿਹਦਾ ਇਹਨਾਂ ਦੇ ਨਾਲ ਨਾਮ ਮਿਲਦਾ ਜੁਲਦਾ ਹੋਵੇ ਉਹਦੀ ਐਡਮਿਸ਼ਨ ਫਰੀ ਕਰ ਦਨੇ ਹੈਗੇ। ਸੋਚ ਕੇ ਦੇਖੋ ਯਾਰ ਜੇ ਆਪਣੇ ਇਹਦਾ ਸ਼ੁਕਰ ਹੈਗਾ ਆਪਣੇ ਨਾਮ ਜਿਵੇਂ ਅਮਨ, ਰਮਨ, ਗਗਨ ਇਹੋ ਜਿਹੇ ਨਾਮ ਨੇ ਆਪਣੇ ਸਾਰਿਆਂ ਦੇ। ਜੇ ਕਿਤੇ ਮਤਲਬ ਐਵੇਂ ਆਇਲਸ ਕਰਨੀ ਹੈ ਕਿਹੜੇ ਸਰਕਲ ਕਰਨੀ ਹੈ? ਉਹੀ ਯਾਰ ਜਿਹੜਾ ਆਹ ਸੁਜ਼ਾਨੀ ਹੈ ਸੈਗਸਟਰੋਮ। ਮੈਂ ਕਹਿੰਦਾ ਬੰਦੇ ਦਾ ਪੈਸੇ ਦੇ ਭੁੱਲ ਜਾ ਕਰਦੇ ਵੀ ਕੀ ਮੈਂ ਕਿਹਦੇ ਕੋਲੇ ਪੜ੍ਹਦਾ ਸੀ ਹੈ। ਤਾਂ ਕਹਿਣ ਦਾ ਮਤਲਬ ਇਹ ਹੈਗਾ ਕਿ ਲਿਸਟ ਆਫ ਪੀਪਲ ਨੰਬਰ 1 ਤੇ ਸਭ ਤੋਂ ਸੌਖਾ ਤਰੀਕਾ ਸਮਝਾਉਂਦੇ ਆ। ਵੇ ਸਮਝ ਲਓ ਤੁਸੀਂ ਫੀਲ ਕਰੋਗੇ ਕਿ ਪੇਪਰ ਕਿੰਨਾ ਸੌਖੇ ਤਰੀਕੇ ਨਾਲ ਕਰੈਕ ਹੋ ਗਿਆ। ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਚੀਜ਼ ਕਿ ਕਾਊਂਟ ਕਰੋ ਕਿੰਨੇ ਲਿਸਟ ਆਫ ਪੀਪਲ ਨੇ। ਮਤਲਬ 1 2 3 4 5 ਮਤਲਬ ਆਪਣੇ ਕੋਲ ਕਿੰਨੇ ਨੇ? 5 ਲਿਸਟ ਆਫ ਪੀਪਲ ਨੇ। ਕੁਐਸਚਨ ਦੇਖੀਏ ਆਪਣੇ ਕੋਲ ਕਿੰਨੇ ਨੇ। ਓ ਮਾਈ ਗॉड ਕੁਐਸਚਨ ਕੀ ਹੋ ਗਏ? 1 2 3 4 ਵੈਰੀ ਗੁੱਡ। 5 ਤਾਂ ਲਿਸਟ ਆਫ ਪੀਪਲ ਨੇ, ਕੁਐਸਚਨ 4 ਨੇ ਮਤਲਬ ਕਿ ਇੱਕ ਕੀ ਖਾਲੀ? ਵੈਰੀ ਗੁੱਡ। ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਇੱਕ ਐਵੇਂ ਦਾ ਲਿਸਟ ਆਫ ਪੀਪਲ ਹੋਏਗਾ ਮਾਈ ਡੀਅਰ ਜਿਹੜਾ ਬਲੈਂਕ ਜਾਏਗਾ, ਖਾਲੀ ਜਾਏਗਾ। ਦੇਖੋ ਸਾਰਿਆਂ ਨੂੰ ਸਭ ਤੋਂ ਵਧੀਆ ਤਰੀਕਾ ਸਮਝਾ ਰਹੇ ਹਾਂ ਅਸੀਂ। ਰੂਲ ਕੀ ਹੈ ਕਿ ਜਦੋਂ ਲਿਸਟ ਆਫ ਪੀਪਲ ਨੂੰ ਲੱਭਣਾ ਹੈਗਾ ਜੇ ਮੰਨ ਕੇ ਚੱਲੋ 5 ਆਪਣੇ ਕੋਲੇ ਲਿਸਟ ਆਫ ਪੀਪਲ ਸੀਗੇ ਤੇ 5 ਆਪਣੇ ਕੋਲੇ ਇਧਰ ਕੁਐਸਚਨ ਹੁੰਦੇ ਸਾਰਿਆਂ ਨੂੰ ਇੱਕ ਇੱਕ ਆ ਜਾਂਦਾ, ਸਾਰਿਆਂ ਦਾ ਇੱਕ ਇੱਕ ਹੋ ਜਾਂਦਾ। ਪਰ ਹੁਣ ਕੀ ਹੋ ਗਿਆ ਲਿਸਟ ਆਫ ਪੀਪਲ ਤਾਂ ਆਪਣੇ ਕੋਲੇ ਮਾਈ ਡੀਅਰ 5 ਨੇ ਪਰ ਕੁਐਸਚਨ ਉਧਰ ਆਪਣੇ ਕੋਲੇ 4 ਨੇ। ਇਹਦਾ ਮਤਲਬ ਕੀ ਹੋ ਗਿਆ ਕਿ ਇੱਕ ਲਿਸਟ ਆਫ ਪੀਪਲ ਹੈ ਜਿਹੜਾ ਉਹ ਅਸੀਂ ਐਕਸਟਰਾ ਮਤਲਬ ਕੀ ਹੈ ਕਿ ਉਹਦੀ ਕੋਈ ਟਾਕ ਹੀ ਨਹੀਂ ਹੋਊਗੀ। ਆਓ ਸਭ ਤੋਂ ਵਧੀਆ ਟ੍ਰਿਕ ਕੀ ਹੈ ਤੁਸੀਂ ਪੈਰਾਗ੍ਰਾਫ ਓਪਨ ਕਰੋ ਤੇ ਜਿੱਥੇ ਜਿੱਥੇ ਤੁਹਾਨੂੰ ਜਿਹੜੇ ਇਹ ਨੇਮਸ ਨੇਗੇ ਇਹ ਮਿਲਦੇ ਆ ਇਹਨਾਂ ਨੂੰ ਕਰ ਲਓ ਅੰਡਰਲਾਈਨ। ਜਿਵੇਂ ਕਿ ਅਸੀਂ ਤੁਹਾਨੂੰ ਕਰਨ ਦੇ ਲਈ ਅਸੀਂ ਸ਼ੋ ਕਰਦੇ ਹਾਂ। ਹਾਂਜੀ ਸਟੂਡੈਂਟ ਪੜਨਾ ਕੁਝ ਨਹੀਂ ਆ ਸਿਰਫ ਤੁਸੀਂ ਨੇਮਸ ਲੱਭ ਕੇ ਅੰਡਰਲਾਈਨ ਕਰ ਲੈਣੇ ਆ ਪੇਪਰ ਦੇ ਵਿੱਚ। ਹਾਂ ਨੇਮਸ ਕਿਵੇਂ ਲੱਭਣੇ? ਜਿਵੇਂ ਕ੍ਰਿਸਟੋਫਰ ਪੀਟਰਸਨ ਇਹ ਕਰ ਲਿਆ,
ਡੇਵਿਡ ਫੈਂਜ਼ਾਗਬਮ ਇਹ ਕਰ ਲਿਆ, ਸੁਜ਼ਾਨੇ ਇਹ ਕਰ ਲਿਆ, ਹਨਾ, ਟੌਡ ਇਹ ਕਰ ਲਿਆ, ਜਾਂ ਸੈਨੇਥੀਆ ਪਰੀ ਇਹ ਕਰ ਲਿਆ। ਮਤਲਬ ਕੀ ਹੈਗਾ ਕਿ ਜਿੱਥੇ ਜਿੱਥੇ ਲਿਸਟ ਆਫ ਪੀਪਲ ਦੇ ਬੰਦਿਆਂ ਦੇ ਨਾਮ ਹੈਗੇ ਸੀਗੇ, ਮੈਂ ਐਜ਼ ਅ ਆਇਲਸ ਸਟੂਡੈਂਟ ਮੈਨੇ ਕੀ ਦਿਮਾਗ ਲਾਇਆ, ਮੈਨੇ ਸਾਰਿਆਂ ਨੂੰ ਅੰਡਰਲਾਈਨ ਕਰਕੇ ਉਹਨਾਂ ਨੂੰ ਆਪਣੀ ਰੀਡਿੰਗ ਦੇ ਵਿੱਚ ਲੱਭ ਲਿਆ। ਇਹ ਮੇਰਾ ਪਹਿਲਾ ਸਟੈਪ ਹੋ ਗਿਆ। ਇਜ਼ ਇਟ ਕਲੀਅਰ? ਤੁਸੀਂ ਜਦੋਂ ਲਿਸਟ ਆਫ ਪੀਪਲ ਕਰਨੇ ਆ, ਕੋਈ ਵੀ ਟ੍ਰਿਕ ਨਾ ਅਪਲਾਈ ਕਰਿਓ ਸਿਵਾਏ ਇਹਦੇ। ਤੁਸੀਂ ਕਰਨਾ ਕੀ ਆ, ਜਿਹੜੇ ਰਾਈਟਰ ਨੇਮ ਹੋਣਗੇ ਉਹਨਾਂ ਨੂੰ ਆ ਕੇ ਪੂਰੇ ਪੈਸੇਜ ਦੇ ਵਿੱਚ ਜਿੱਥੇ ਜਿੱਥੇ ਰਾਈਟਰ ਨੇਮ ਦਿੱਤੇ ਹੋਣਗੇ ਉਹਨਾਂ ਨੂੰ ਅੰਡਰਲਾਈਨ ਕਰ ਲਿਓ। ਤੁਹਾਨੂੰ ਫਾਇਦਾ ਹੋਗਾ। ਫਾਇਦਾ ਪਤਾ ਕੀ ਹੋਏਗਾ? ਵਧੀਆ ਚੀਜ਼ ਇਹ ਹੈ ਕਿ ਜਿਹੜੇ ਨੇਮਸ ਨੇ ਨਾ, ਇਹਨਾਂ ਦੇ ਸਿਨੋਨਿਮ ਨਹੀਂ ਹੁੰਦੇ, ਤੁਹਾਨੂੰ ਸ਼ਰੇਆਮ ਸੇਮ ਦੇ ਸੇਮ ਮਿਲ ਜਾਣਗੇ। ਠੀਕ ਹੈ, ਹੁਣ ਅੱਗੇ ਕੀ ਕਰਨਾ ਹੈ ਮੈਨੂੰ ਦੱਸੋ। ਹਾਂਜੀ, ਹੁਣ ਅਸੀਂ ਜਿੱਥੇ ਵੀ ਸਾਨੂੰ ਫਰਸਟ ਨੇਮ ਗਿਵਨ ਆ, ਹਨਾ, ਬਸ ਉਹ ਇੱਕ ਇੱਕ ਨੇਮ ਦੀ ਇੱਕ ਲਾਈਨ ਆਪਾਂ ਪੜ੍ਹਦੇ ਜਾਵਾਂਗੇ। ਵੈਰੀ ਗੁੱਡ। ਤੇ ਆਪਾਂ ਨੂੰ ਇਹ ਵੀ ਸ਼ੋਰ ਹੈ ਕਿ ਇਹ 5 ਨੇਮ ਦੇ ਵਿੱਚੋਂ ਇੱਕ ਨੇਮ ਕੋਈ ਐਵੇਂ ਦਾ ਵੀ ਹੋਏਗਾ ਜਿਹੜਾ ਖਾਲੀ ਹੈ, ਜਿਹਦੀ ਕੋਈ ਟੌਕ ਹੀ ਨਹੀਂ ਹੈਗੀ। ਬਾਕੀ ਤੁਹਾਨੂੰ ਅੱਛੀ ਤਰ੍ਹਾਂ ਸਮਝ ਆਊਗਾ ਜਦੋਂ ਅਸੀਂ ਤੁਹਾਨੂੰ ਸਾਰੇ ਦੇ ਸਾਰੇ ਕੁਐਸਚਨਸ ਕਰਕੇ ਦਿਖਾਵਾਂਗੇ। ਆਪਾਂ ਹੁਣ ਦੇਖਦੇ ਹਾਂ ਫਰਸਟ ਬੰਦਾ ਕੌਣ ਹੈ। ਸਭ ਤੋਂ ਪਹਿਲਾਂ ਦੇਖੋ, ਫਰਸਟ ਬੰਦਾ ਆਪਣੇ ਕੋਲ ਹੈਗਾ ਕ੍ਰਿਸਟੋਫਰ ਪੀਟਰਸਨ। ਠੀਕ ਹੈ, ਤਾਂ ਜੇ ਆਪਾਂ ਇਹਨੂੰ ਪੜ੍ਹਨ ਦੀ ਗੱਲ ਕਰਦੇ ਹਾਂ ਡੀਅਰ, ਤਾਂ ਆਪਾਂ ਇਹਨੂੰ ਪੜ੍ਹਦੇ ਹਾਂ। ਆਬਵੀਅਸਲੀ ਸਟਾਰਟਿੰਗ ਤੋਂ ਦੀ ਐਵੀਡੈਂਸ ਤੋਂ ਕਹਿੰਦਾ ਪੜ੍ਹਨਾ। the evidence is good that most personality traits can be altered। ਕਹਿੰਦੇ ਐਵੀਡੈਂਸ ਵਧੀਆ ਨੇ ਕਿ ਜਿਹੜੇ ਜ਼ਿਆਦਾਤਰ ਪਰਸਨੈਲਿਟੀ ਟ੍ਰੈਂਡਸ ਹੁੰਦੇ ਨੇ ਨਾ, ਉਹਨਾਂ ਨੂੰ ਅਲਟਰ ਕਰਨਾ ਮੀਨਸ ਚੇਂਜ ਕਰਨਾ, ਲਾਈਕ ਪਰਸਨੈਲਿਟੀ ਨੂੰ ਬਦਲਿਆ ਜਾ ਸਕਦਾ ਹੈ। ਵੈਰੀ ਗੁੱਡ, ਸੇਜ਼ ਕ੍ਰਿਸਟੋਫਰ ਪੀਟਰਸਨ। ਹਾਂਜੀ, ਇਹ ਗੱਲ ਕਿਹਨੇ ਕਹੀ ਹੈ? ਕ੍ਰਿਸਟੋਫਰ ਪੀਟਰਸਨ ਨੇ। ਮਤਲਬ ਇਹ ਕੀ ਕਹਿਣਾ ਚਾਹੁੰਦਾ ਓਵਰਆਲ, ਇਹਦਾ ਦੱਸਿਓ ਕੀ ਚੀਜ਼ ਹੈ। ਸਾਨੂੰ ਸਰ ਪੂਰਾ ਥੋੜਾ ਅੱਗੇ ਐਕਸਪਲੇਨ ਕਰਨਾ ਪਊਗਾ ਕਿ ਜਿਹੜਾ ਪਰਸਨੈਲਿਟੀ ਆ ਉਹਨੂੰ ਆਲਟਰ ਕੀਤਾ ਜਾ ਸਕਦਾ। ਹੁਣ ਪ੍ਰੋਫੈਸਰ ਅੱਗੇ ਕੀ ਕਹਿਣਾ ਚਾਹੁੰਦਾ ਹੈ? ਕਹਿੰਦਾ ਪ੍ਰੋਫੈਸਰ ਆਫ ਸਾਈਕੋਲੋਜੀ ਐਟ ਦ ਯੂਨੀਵਰਸਿਟੀ ਆਫ ਮਿਚਿਗਨ who cites himself as an example। ਇਸ ਪ੍ਰੋਫੈਸਰ ਨੇ ਇਹਨੂੰ ਆਪਣੇ ਆਪ ਨੂੰ ਐਗਜ਼ਾਮਪਲ ਸਮਝ ਕੇ ਇੱਕ ਐਗਜ਼ਾਮਪਲ ਸੈੱਟ ਕਰਕੇ ਆਪਦੇ ਆਪ ਦੀ ਐਗਜ਼ਾਮਪਲ ਦਿੱਤੀ ਆ ਉਹਨੇ। ਕਹਿੰਦਾ inherently introverted, he realized early on that as an academic his reticence would prove distrust in the lecture hall। ਕਹਿੰਦਾ ਕਿ ਉਹ ਨਾ ਮਤਲਬ ਸ਼ੁਰੂ ਤੋਂ ਹੀ ਕੀ ਸੀਗਾ, ਇਨਹੈਰੀਟੈਂਟਲੀ ਮਤਲਬ ਕਿ ਪੇਰੈਂਟਸ ਤੋਂ ਹੀ ਉਹ ਕਿਸੇ ਇੰਟਰੋਵਰਟ ਪਰਸਨ ਸੀ, ਇੰਟਰੋਵਰਟਡ ਸੀਗਾ। ਇੰਟਰੋਵਰਟਡ ਹੁੰਦਾ ਸ਼ਾਇ ਲੋਕ। ਇੰਟਰੋਵਰਟ ਉਹ ਹੁੰਦਾ ਜਿਹੜਾ ਕਿਸੇ ਨਾਲ ਗੱਲਾਂ ਨਹੀਂ ਕਰਦਾ, ਉਹ ਬੰਦੇ ਨੂੰ ਕਹਿੰਦੇ ਉਹਦੀ ਪਰਸਨੈਲਿਟੀ ਹੁੰਦੀ ਹੈ, ਉਹ ਇੰਟਰੋਵਰਟ ਹੁੰਦਾ ਹੈਗਾ। ਹਾਂ, ਕਹਿੰਦਾ ਸ਼ੁਰੂ ਤੋਂ ਹੀ ਨਾ ਬੜਾ ਇੰਟਰੋਵਰਟ ਸੀ। ਤੇ ਕਹਿੰਦਾ ਮੈਂ ਕੀ ਰਿਅਲਾਈਜ਼ ਕੀਤਾ ਵੀ ਇਸ ਚੀਜ਼ ਨੇ ਨਾ ਮੈਨੂੰ ਲੈਕਚਰ ਹਾਲ ਦੇ ਵਿੱਚ ਬਹੁਤ ਨੁਕਸਾਨ ਕੀਤਾ, ਕਿਉਂਕਿ ਕਹਿੰਦਾ ਮੈਂ ਸਾਰਿਆਂ ਦੇ ਅੱਗੇ ਆ ਕੇ ਨਾ ਲੈਕਚਰ ਹਾਲ 'ਚ ਨੁਕਸਾਨ ਕਿਵੇਂ ਹੋ ਗਿਆ ਕਿ ਜਿਹੜਾ ਸ਼ਾਇ ਬੰਦਾ ਹੁੰਦਾ ਉਹਨੂੰ ਕਿਸੇ ਦੇ ਸਾਹਮਣੇ ਬੋਲਣ ਤੋਂ ਡਰ ਲੱਗਦਾ। ਕਹਿੰਦਾ ਸੋ ਹੀ ਲਰਨਡ। ਹਾਂ, ਤੇ ਇਹ ਗੱਲ ਯਾਦ ਰੱਖਿਓ, ਜਿਹੜਾ ਇੰਟਰੋਵਰਟ ਹੁੰਦਾ ਹੈ ਉਹ ਕਿਸੇ ਨੂੰ ਬੁਲਾਉਂਦਾ ਨਹੀਂ ਹੈਗਾ, ਜਿਹੜਾ ਐਕਸਟਰੋਵਰਟ ਹੁੰਦਾ ਹੈ ਉਹ ਸਾਰਿਆਂ ਨੂੰ ਬੁਲਾਉਂਦਾ ਹੈਗਾ। ਠੀਕ ਹੈ, ਇੰਟਰੋਵਰਟ ਕੌਣ ਹੈ? ਜਿਹੜਾ ਕਿਸੇ ਨੂੰ ਬੁਲਾ ਕੇ ਰਾਜੀ ਨਹੀਂ ਹੈਗਾ, ਤੇ ਜਿਹੜਾ ਐਕਸਟਰੋਵਰਟ ਹੁੰਦਾ ਹੈ ਉਹ ਸਾਰਿਆਂ ਨੂੰ ਬੁਲਾ ਕੇ ਰਾਜੀ ਹੁੰਦਾ ਹੈਗਾ। ਠੀਕ ਹੈ, ਉਹ 'ਚ ਕੌਨਫੀਡੈਂਸ ਹੁੰਦਾ ਹੈਗਾ। ਸੋ ਹੀ ਲਰਨਡ ਟੂ ਬੀ ਮੋਰ ਆਊਟ ਗੋਇੰਗ and to entertain his classes। ਫਿਰ ਕਹਿੰਦਾ ਮੈਂ ਐਵੇਂ ਸਿੱਖਿਆ ਕਿ ਮੈਂ ਥੋੜਾ ਆਊਟਗੋਇੰਗ ਬਣ ਗਿਆ, ਮੀਨਸ ਐਕਸਟਰੋਵਰਟ ਬੰਦਾ ਬਣ ਗਿਆ ਤੇ ਆਪਦੀ ਕਲਾਸ ਨੂੰ ਐਂਟਰਟੇਨ ਕਰਨਾ ਮੈਂ ਸ਼ੁਰੂ ਕਰਤਾ। Now my extroverted behavior is spontaneous, he says। ਉਹਨੇ ਕਿਹਾ ਕਿ ਹੁਣ ਜਿਹੜਾ ਮੇਰਾ ਐਕਸਟਰੋਵਰਟ ਬਿਹੇਵੀਅਰ ਆ ਨਾ ਉਹ ਸਪੌਂਟੇਨੀਅਸ ਆ, ਉਹ ਹੁਣ ਸਹੀ ਆ। ਕਿਉਂਕਿ ਉਹ ਦੇਖੋ ਫਰਸਟ ਲਾਈਨ 'ਚ ਉਹਨੇ ਕਿਹਾ, ਕਹਿੰਦਾ ਪਰਸਨੈਲਿਟੀ ਨੂੰ ਬਦਲਿਆ ਜਾ ਸਕਦਾ। ਹੁਣ ਕਹਿੰਦਾ ਕਿਵੇਂ? ਕਹਿੰਦਾ ਜਿਵੇਂ ਕਿ ਮੈਂ ਇੱਕ ਇੰਟਰੋਵਰਟ ਪਰਸਨ ਸੀਗਾ, ਮੈਂ ਕਹਿੰਦਾ ਲੈਕਚਰ ਹਾਲ ਦੇ ਵਿੱਚ ਖੜ ਕੇ ਕਿਸੇ ਦੇ ਸਾਹਮਣੇ ਬੋਲ ਨਹੀਂ ਪਾਉਂਦਾ ਸੀ, ਫਿਰ ਮੈਂ ਆਪਣੇ ਆਪ ਨੂੰ ਆਊਟਗੋਇੰਗ ਕਰਿਆ, ਹੁਣ ਮੈਂ ਆਪਦੀ ਕਲਾਸ ਨੂੰ ਐਂਟਰਟੇਨ ਕਰਦਾ ਤੇ ਮੇਰਾ ਇਹ ਬਿਹੇਵੀਅਰ ਬਹੁਤ ਵਧੀਆ ਹੈ। ਠੀਕ ਹੈ, ਮਤਲਬ ਕੀ ਹੋ ਗਿਆ ਕਿ ਓਵਰਆਲ ਇਹ ਗੱਲ ਕਹਿਣੀ ਚਾਹੁੰਦੇ। ਰਾਈਟਰ ਕੌਣ ਹੈਗਾ ਆਪਣੇ ਕੋਲ? ਇਹ ਕ੍ਰਿਸਟੋਫਰ ਪੀਟਰਸਨ ਹੈਗਾ। ਉਹਨੇ ਆਪਾਂ ਨੂੰ ਕੀ ਓਵਰਆਲ ਕੀ ਕੱਢਿਆ ਹੈਗਾ ਕਿ ਸ਼ੁਰੂਆਤ ਦੇ ਵਿੱਚ ਜਿਹੜਾ ਮੇਰਾ ਬਿਹੇਵੀਅਰ ਸੀ ਨਾ ਉਹ ਕੀ ਸੀਗਾ? ਇੰਟਰੋਵਰਟ ਸੀਗਾ। ਮੈਂ ਕਿਸੇ ਵੀ ਬੰਦੇ ਨਾਲ ਗੱਲਬਾਤ ਨਹੀਂ ਕਰਦਾ ਸੀਗਾ। ਠੀਕ ਹੈ, ਇਹਦੇ ਨਾਲ ਮੈਨੂੰ ਨੁਕਸਾਨ ਕੀ ਹੋਇਆ? ਮੇਥੋਂ ਲੋਕ ਇੰਪ੍ਰੈਸ ਨਹੀਂ ਹੁੰਦੇ ਸੀ,
ਮੈਂ ਲੈਕਚਰ ਵੀ ਵਧੀਆ ਨਹੀਂ ਦੇ ਸਕਦਾ ਸੀਗਾ, ਕਿਉਂਕਿ ਜਦੋਂ ਕੋਈ ਬੰਦਾ ਸ਼ਰਮੀਲਾ ਹੋਏਗਾ ਉਹ ਕੀ ਪੜ੍ਹਾਏਗਾ। ਤਾਂ ਕਹਿੰਦਾ ਜਦੋਂ ਮੈਂ ਹੋ ਗਿਆ ਫਿਰ ਐਕਸਟਰੋਵਰਟ, ਤਾਂ ਇਹ ਚੀਜ਼ ਦਾ ਮੈਨੂੰ ਹੋ ਗਿਆ ਫਾਇਦਾ, ਤੇ ਮੈਂ ਲੈਕਚਰ ਵੀ ਬੜੇ ਕੌਨਫੀਡੈਂਸ ਨਾਲ ਦੇਣ ਲੱਗਿਆ ਤੇ ਸਭ ਕੁਝ ਚੰਗੇ ਤਰੀਕੇ ਨਾਲ ਵਾਪਰਨ ਲੱਗ ਗਿਆ। ਹੁਣ ਆਪਾਂ ਉਧਰ ਆ ਕੇ ਮੈਚ ਕਰੀਏ। Yes. ਤਾਂ ਮੇਰੇ ਸਟੂਡੈਂਟ ਇਹ ਗੱਲ ਸੁਣੋ, ਜੋ ਆਪਾਂ ਨੇ ਪੜ੍ਹਿਆ ਹੈ, ਜੇ ਉਹ ਚਾਰੇ ਕੁਐਸਚਨ ਦੇ ਵਿੱਚ ਤੁਹਾਨੂੰ ਦਿਖ ਗਿਆ ਕਿਤੇ, ਜੇ ਚਾਰਾਂ ਦੇ ਵਿੱਚ ਤੁਹਾਨੂੰ ਮਿਲ ਗਿਆ ਤਾਂ 100% ਤੁਹਾਨੂੰ ਕਲੀਅਰ ਹੋ ਜਾਏਗਾ ਵੀ ਕਿਹੜੀ ਟੌਕ ਹੈ। ਖਾਲੀ ਵੀ ਹੋ ਸਕਦਾ ਹੈ ਤੇ ਉਹਨਾਂ 'ਚ ਕੋਈ ਆਨਸਰ ਵੀ ਹੋ ਸਕਦਾ ਹੈ। ਕਰੀਏ ਮੈਚ, ਕਰੋਗੇ? ਚਲੋ ਦੇਖਦੇ ਹਾਂ, ਦਿਖਾਓ ਕੌਨਫੀਡੈਂਸ ਆਪਦਾ। ਤੁਸੀਂ ਫਸਟ ਤੋਂ ਪੜਨਾ ਸ਼ੁਰੂ ਕਰੋ ਇੱਕ ਵਾਰੀ। ਫਸਟ ਕੁਐਸਚਨ ਕੀ ਕਹਿ ਰਿਹਾ 19? ਕਹਿੰਦਾ ਫਸਟ ਕੁਐਸਚਨ ਹੈ ਮਾਈ ਡੀਅਰ, ਕਹਿੰਦੇ people must accept that they do not know much when first trying something new. No, ਬਿਲਕੁਲ ਵੀ ਨਹੀਂ ਗੱਲ ਹੋਈ। ਕਹਿੰਦੇ ਕਿ ਲੋਕਾਂ ਨੂੰ ਐਕਸੈਪਟ ਕਰਨਾ ਚਾਹੀਦਾ ਕਿ ਉਹ ਜਦੋਂ ਕੁਝ ਨਵਾਂ ਕਰਦੇ ਆ ਤਾਂ ਇੱਕ ਵਾਰੀ ਅਜੀਬ ਲੱਗਦਾ, ਇਦਾਂ ਦੀ ਕੋਈ ਗੱਲ ਨਹੀਂ ਹੋਈ। ਅਗਲਾ ਕਹਿੰਦਾ it is important for people to actively notice when good things happen. No, ਇਦਾਂ ਦੀ ਵੀ ਕੋਈ ਗੱਲ ਨਹੀਂ ਹੋਈ ਹੈਗੀ। ਕਹਿੰਦਾ courage can be learned once its origins in the sense of responsibility are understood. ਕਰੇਜ ਦੀ ਵੀ ਅਸੀਂ ਕੋਈ ਗੱਲ ਨਹੀਂ ਕਰਕੇ ਆਏ। ਇੱਕ ਵਾਰੀ ਲਾਸਟ ਦੇਖ ਲਓ। ਲਾਸਟ ਦੇਖ ਲੈ, ਕੋਈ ਪਤਾ ਨਹੀਂ ਹੋਵੇ ਜਾਂ ਖਾਲੀ ਹੋਵੇ। ਕਹਿੰਦਾ it is possible to overcome shyness. ਕਹਿੰਦੇ ਸ਼ਾਈਨੈਸ ਨੂੰ ਓਵਰਕਮ ਕਰਨਾ ਕੀ ਹੋ ਗਿਆ? ਖਤਮ ਕਰਨਾ। ਸ਼ਾਈਨੈਸ ਨੂੰ ਖਤਮ ਕੀਤਾ ਜਾ ਸਕਦਾ ਹੈ when faced with the need to speak in public. ਜਦੋਂ ਕਈ ਵਾਰੀ ਪਬਲਿਕ ਦੇ ਵਿੱਚ ਬੋਲਣਾ ਪਵੇ ਤਾਂ ਸ਼ਾਈਨੈਸ ਨੂੰ ਖਤਮ ਕੀਤਾ ਜਾ ਸਕਦਾ ਹੈ। ਤਾਂ ਡੈਫੀਨਿਟਲੀ ਆਪਾਂ ਨੂੰ ਪਤਾ ਲੱਗ ਗਿਆ ਕਿ ਉਹਨੇ ਕਿਹਾ ਸੀ ਨਾ ਵੀ ਮੈਂ ਸ਼ੁਰੂਆਤ ਦੇ ਵਿੱਚ ਸ਼ਾਏ ਵਾਲਾ ਸੀਗਾ, ਇੰਟਰੋਵਰਟ ਸੀਗਾ, ਪਰ ਜਦੋਂ ਮੈਂ ਪਬਲਿਕ ਦੇ ਵਿੱਚ ਬੋਲਣਾ ਸ਼ੁਰੂ ਕੀਤਾ ਤਾਂ ਮੈਂ ਐਕਸਟਰੋਵਰਟ ਹੋ ਗਿਆ। ਮਤਲਬ ਕੀ ਹੋ ਗਿਆ ਕਿ ਮੈਂ ਆਪਣੇ ਜਿਹੜਾ ਸ਼ਰਮ ਕਰਦਾ ਸੀਗਾ ਜਿਹੜੀ ਚੀਜ਼ ਤੋਂ, ਉਹ ਤੋਂ ਮੈਂ ਹੁਣ ਦੂਰ ਹੋਣ ਲੱਗ ਗਿਆ ਸੀ। ਮੈਂ ਇੰਟਰੋਵਰਟ ਤੋਂ ਜਿਹੜੀ ਮੇਰੀ ਪਰਸਨੈਲਿਟੀ ਹੈ ਉਹ ਐਕਸਟਰੋਵਰਟ ਹੋ ਗਈ ਸੀ। ਚਲੋ ਮੈਂ ਤੁਹਾਡੇ ਚੋਂ ਦੇਖਦਾ, ਦੋ ਵਰਡ ਦੇ ਰਿਹਾ ਮੈਂ ਤੁਹਾਨੂੰ, ਦੇਖੋ, ਲਿਖੋ, ਤੁਸੀਂ ਲਿਖ ਲਓ। ਨੰਬਰ 1 ਇੰਟਰੋਵਰਟ ਹੈ, ਤੇ ਸੈਕਿੰਡ ਹੈ ਐਕਸਟਰੋ। ਜਿਹੜਾ ਕਿਸੇ ਨੂੰ ਬੁਲਾ ਕੇ ਰਾਜੀ ਨਹੀਂ ਹੁੰਦਾ ਉਹ ਇੰਟਰੋਵਰਟ ਹੁੰਦਾ। ਜਿਹੜਾ ਸ਼ਰਮੀਲਾ, ਨੋ ਟਾਕ ਜਾਂ ਸ਼ਾਈ, ਇਹ ਇੰਟਰੋਵਰਟ ਹੈ। ਐਕਸਟਰੋਵਰਟ ਉਹ ਹੁੰਦਾ ਹੈ ਜਿਹੜਾ ਟਾਕ ਵਿਦ ਐਵਰੀਵਨ। ਮਤਲਬ ਐਕਸਟਰੋਵਰਟ ਤਾਂ ਉਹ ਹੁੰਦਾ ਜਿਹੜਾ ਬੱਸ 'ਚ ਬੈਠਾ ਬੈਠਾ ਵੀ ਨਾ ਨਾਲ ਵਾਲੀਆਂ ਸਵਾਰੀਆਂ ਨੂੰ ਵੀ ਗੱਲਾਂ ਚਲਾ ਲੈਂਦਾ ਹੈ ਵੀ ਕਿੱਥੇ ਚੱਲੇ ਹੋ, ਹਾਂ ਹੋ ਕਿਤੇ ਯਾਰ, ਕਿੱਥੇ ਚੱਲੇ ਹੋ, ਨਾਲੇ ਇਕੱਲੇ ਇਕੱਲੇ ਹੋ ਨਾ, ਮਤਲਬ ਕੁਝ ਵੀ, ਤਾਂ ਉਹ ਐਕਸਟਰੋਵਰਟ ਹੁੰਦਾ ਹੈਗਾ। ਠੀਕ ਹੈ, ਤਾਂ ਡੈਫੀਨਿਟਲੀ ਆਪਾਂ ਨੂੰ ਪਤਾ ਲੱਗ ਗਿਆ ਕਿ ਪਹਿਲਾਂ ਜਿਹੜਾ ਉਹਦਾ ਬਿਹੇਵੀਅਰ ਸੀਗਾ ਉਹ ਸ਼ਾਏ ਵਾਲਾ ਸੀਗਾ, ਤੇ ਉਸ ਤੋਂ ਬਾਅਦ ਜਿਹੜਾ ਉਹ ਚੇਂਜ ਹੋ ਗਿਆ। ਦੈਟਸ ਇਟ। ਚਲੋ ਹੁਣ ਆਪਾਂ ਇਦਾਂ ਕਰਦੇ ਹਾਂ, ਆਪਣੇ ਕੋਲੇ ਕੀ ਆ ਰਾਈਟਰ। ਹੁਣ ਆਪਾਂ ਨੀਚੋਂ ਚੱਲੀਏ ਇੱਕ ਵਾਰ, ਮੈਂ ਉੱਪਰੋਂ ਨਹੀਂ ਚੱਲਣਾ ਚਾਹੁੰਦਾ, ਮੈਂ ਉਰੋਂ ਚੱਲਣਾ ਚਾਹੁੰਦਾ। ਠੀਕ ਹੈ, ਚਲੋ ਆਪਾਂ ਸਾਇੰਥੀਆਪੁਰੀ ਦੇਖਦੇ ਹਾਂ, ਸ਼ਾਇਦ ਇੱਥੋਂ ਕੁਝ ਮਿਲ ਜੇ। ਆ ਰਿਹਾ ਸਾਇੰਥੀਆਪੁਰੀ, ਦੇਖੀਏ ਕੀ ਕਹਿੰਦੇ। ਇੱਥੋਂ ਪੜ੍ਹੀਏ ਇਵੈਂਚੁਅਲੀ ਤੋਂ, ਤੇ ਇਹ ਗੱਲ ਯਾਦ ਰੱਖੋ। ਦੇਖੋ ਆਪਣੇ ਕੋਲੇ ਲੋਕੇਸ਼ਨ ਤੇ ਕਿੱਥੇ ਸੀਗਾ? ਸਾਇੰਥੀਆਪੁਰੀ ਸੀਗਾ, ਫੁੱਲ ਸਟਾਪ ਆ ਲੱਗਿਆ ਹੋਇਆ ਤਾਂ ਆਪਾਂ ਇੱਥੋਂ ਪੜ੍ਹ ਲਾਂਗੇ। ਠੀਕ ਹੈ, ਅਕੋਰਡਿੰਗ ਟੂ ਸਾਇੰਥੀਆਪੁਰੀ, ਸਾਈਕੋਲੋਜਿਸਟ ਐਟ ਕਲੈਮਸਨ ਯੂਨੀਵਰਸਿਟੀ, ਪੈਡੇਲੋਸਿਸ ਸਟੋਰੀ ਪ੍ਰੂਵਸ। ਕੀ ਕਰਦੇ? ਮਤਲਬ ਸੈਂਥੀਆ ਕੀ ਆ ਇਸ ਯੂਨੀਵਰਸਿਟੀ ਤੋਂ, ਤੇ ਉਹਦੀ ਜਿਹੜੀ ਹੈਗੀ ਉਹ ਕੀ ਪ੍ਰੂਵ ਕਰਦੇ ਆ? proves the point that courage is not motivated by fearlessness. ਉਹਦੀ ਜਿਹੜੀ ਸਟੋਰੀ ਆ, ਉਹਦਾ ਕੀ ਪੁਆਇੰਟ ਆ, ਉਹਦੀ ਥਿਉਰੀ ਦਾ ਕੀ ਪੁਆਇੰਟ ਆ ਕਿ ਜਿਹੜਾ ਕਰੇਜ ਆ ਉਹ ਕੀ ਆ? is not motivated by fearlessness. ਜਦੋਂ fearlessness ਹੁੰਦੀ ਹੈ, ਮਤਲਬ ਇਹ ਨਹੀਂ ਆ ਕਿ ਕੋਈ ਬੰਦਾ fearless ਆ ਤਾਂ ਉਹ motivated ਹੋਏਗਾ, but by moral obligation. ਕਹਿੰਦੇ ਬੰਦਾ motivated moral ਚੀਜ਼ਾਂ ਨਾਲ ਹੁੰਦਾ, ਨਾ ਕਿ fearlessness ਨਾਲ। ਇੱਕ ਹੁੰਦਾ ਨਾ ਕਈ ਲੋਕ fear ਚ ਰਹਿੰਦੇ, ਇੱਕ ਹੁੰਦਾ ਕਈ ਲੋਕ ਜਿਹੜੇ fearless ਹੁੰਦੇ ਆ। ਕਹਿੰਦੇ ਇਹ ਨਹੀਂਗਾ ਕਿ ਜਿਹੜਾ ਬੰਦਾ fearless ਆ motivated ਹੋਊਗਾ। ਮੋਟੀਵੇਟਡ ਕਿਵੇਂ ਹੁੰਦੇ ਆ? ਬਟ ਬਾਈ ਦੀ ਮੋਰਲ ਓਬਲੀਗੇਸ਼ਨਸ ਨਾਲ, ਮੋਰਲ ਵੈਲਿਊਜ਼ ਨਾਲ ਅਸੀਂ ਮੋਟੀਵੇਟ ਹੁੰਦੇ ਆ। ਤਾਂ ਕਹਿਣ ਦਾ ਮਤਲਬ ਇਹਦਾ ਓਵਰਆਲ ਜੇ ਆਪਾਂ ਕੱਢ ਕੇ ਦੇਖਦੇ ਆਂਗੇ, ਹਾਂਜੀ ਇੱਕ ਲਾਈਨ ਪੜ੍ਹ ਲਓ।
The point that courage is not motivated by fearlessness but by moral obligation. ਬਸ ਉਹ ਕਹਿੰਦੇ ਕਿ ਜਿਹੜਾ ਕਰੇਜ ਆ ਉਹ ਫੀਅਰਲੈਸਨੈਸ ਨਾਲ ਨਹੀਂ ਆਂਦਾ ਹੈਗਾ, ਉਹ ਤਾਂ ਮੋਰਲਸ ਨਾਲ ਆਂਦਾ ਹੈ। ਜਿਹੜਾ ਕਿਸੇ ਬੰਦੇ 'ਚ ਜਿਹੜਾ ਹੌਸਲਾ ਹੈ ਨਾ, ਉਹ ਇਹ ਨਹੀਂ ਹੈਗਾ ਵੀ ਜੇ ਉਹ 'ਚ ਡਰ ਨਹੀਂ ਹੈਗਾ ਤਾਂ ਉਹ ਹੌਸਲੇ ਵਾਲਾ ਬੰਦਾ, ਉਹ ਡਰਪੋਕ ਨਹੀਂ ਹੈਗਾ। ਸਗੋਂ ਹੌਸਲਾ ਤਾਂ ਕਿਸੇ ਬੰਦੇ ਨੂੰ ਮੋਟੀਵੇਸ਼ਨ ਨਾਲ ਆਉਂਦਾ ਹੈ, ਹੋਰ ਕਿਸੇ ਚੀਜ਼ ਨਾਲ ਆਉਂਦਾ ਹੀ ਨਹੀਂ ਹੈਗਾ। ਇਹ ਰੀਡਿੰਗ ਬਹੁਤ ਜ਼ਿਆਦਾ ਡਿਫਰੈਂਟ ਹੈ। ਟੌਪਿਕ ਮੈਂ ਕਹਿੰਦਾ ਬੜੀਆਂ ਅਲੱਗ-ਅਲੱਗ ਜਿਹੀਆਂ ਗੱਲਾਂ ਕਰੀਆਂ ਹੋਈਆਂ ਨੇ, ਪਰ ਪੇਪਰ ਦੇ ਵਿੱਚ ਆਪਾਂ ਨੂੰ ਸੋਲਵ ਕਰਨਾ ਪਏਗਾ ਹੀ ਪਏਗਾ, ਇਹ ਮਜਬੂਰੀ ਹੈਗੀ। ਆਓ ਆਪਾਂ ਦੇਖੀਏ ਆਨਸਰ ਮੈਚ ਹੁੰਦਾ ਹੈ ਜਾਂ ਨਹੀਂ ਹੁੰਦਾ। ਤੁਸੀਂ ਇਹ ਦੇਖ ਲਓ ਕਿ 22 ਨਹੀਂ ਆਏਗਾ, ਮਤਲਬ 22 ਤਾਂ ਆਪਣਾ ਹੋ ਗਿਆ। ਬਾਕੀ ਤੁਹਾਨੂੰ ਲੱਗ ਦੇਗਾ? ਚਲੋ ਆਪਾਂ ਮੈਚ ਕਰਕੇ ਦੇਖੀਏ। People must accept that they do not know much when first trying something new. ਨੋ ਸਮਥਿੰਗ ਨਿਊ ਦੀ ਕੋਈ ਗੱਲ ਨਹੀਂ, ਮਤਲਬ ਆਪਾਂ ਨੇ ਇਹ ਟਾਕ ਹੀ ਨਹੀਂ ਕਰੀ ਹੈਗੀ, ਤਾਂ ਡੈਫੀਨਿਟਲੀ ਆਨਸਰ ਨਹੀਂ ਆਏਗਾ। ਕਹਿੰਦਾ ਇਟ ਇਜ਼ ਇੰਪੋਰਟੈਂਟ ਫॉर ਪੀਪਲ ਟੂ ਐਕਟਿਵਲੀ ਨੋਟਿਸ ਵੈਨ ਗੁੱਡ ਥਿੰਗਸ ਹੈਪਨ। ਨਹੀਂ, ਇਹ ਵੀ ਨਹੀਂ ਆਏਗਾ। ਬਚਿਆ ਇੱਕ। ਤਾਂ ਤੁਸੀਂ ਦੇਖੋ ਕਰੇਜ ਦੀ ਗੱਲ ਆਪਾਂ ਕਰੀ ਸੀ ਵੀ ਕਰੇਜ ਕਿਵੇਂ ਆਉਂਦਾ ਹੈ, ਤਾਂ ਕਹਿੰਦਾ courage can be learned once its origins in a sense of responsibility are understood. ਹਾਂ ਕਹਿੰਦੇ ਕਿ ਜਿਹੜਾ ਕਰੇਜ ਆ ਉਹ ਕੀ ਹੈ, ਜਦੋਂ ਸੈਂਸ ਆਫ ਰਿਸਪੌਂਸਿਬਿਲਟੀ ਕੀ ਹੋ ਗਿਆ, ਮੋਰਲ ਵੈਲਿਊਜ਼ ਜਿਹੜੀਆਂ ਮੋਰਲ ਆਬਲੀਗੇਸ਼ਨਸ ਨੇ, ਕਰੇਜ ਉਹਦੇ ਨਾਲ ਆਉਂਦਾ ਹੈ। ਅਸੀਂ ਇਹਦੇ ਚ ਦੇਖੋ, ਇਹਦੇ ਚ ਨਾ ਪਾਰਟਿਕੂਲਰਲੀ ਸਾਰੀ ਐਕਸਪਲੇਨੇਸ਼ਨ ਦੀ ਲੋੜ ਨਹੀਂ ਹੁੰਦੀ, ਸਾਨੂੰ ਥੋੜੀਆਂ ਗੱਲਾਂ ਤੋਂ ਹੀ ਕਲੂ ਮਿਲਦਾ ਰਹਿੰਦਾ ਕਿ ਸਾਡਾ ਆਨਸਰ ਕੀ ਹੈ। ਤਾਂ ਇਹਦੇ ਚ ਕਰੇਜ ਦੀ ਗੱਲ ਕਰ ਰਹੇ ਹਾਂ। ਤੁਸੀਂ ਇਹ ਗੱਲ ਯਾਦ ਰੱਖੋ, ਮੈਂ ਇਹ ਗੱਲ 'ਚ ਯਕੀਨ ਕਰਦਾ, ਲਿਸਟ ਆਫ ਪੀਪਲ ਜਦੋਂ ਪੇਪਰ 'ਚ ਆਉਣਗੇ ਨਾ, ਅੱਜ ਇਹ ਬਹੁਤ ਜ਼ਿਆਦਾ ਡਿਫਰੈਂਟ ਨੇ, ਬਹੁਤ ਜ਼ਿਆਦਾ ਬੋਰਿੰਗ ਨੇ। ਇਹ ਹੋਰ ਇਹ ਕੁਛ ਹੈਗਾ, ਮਤਲਬ ਲੈਂਗੁਏਜ ਕੋਈ ਹੋਰ ਹੈਗੀ, ਪਰ ਐਗਜ਼ਾਮ ਦੇ ਵਿੱਚ ਆਪਾਂ ਨੂੰ ਐਕਸੈਪਟ ਕਰਨਾ ਪਏਗਾ। ਇਹ ਨਹੀਂ ਹੈਗਾ ਨਾ ਅਸੀਂ ਜਾਣ ਕੇ ਅੱਜ ਚੂਜ਼ ਕੀਤੇ ਇਹ, ਕਿ ਇਹ ਨਹੀਂ ਹੁੰਦਾ ਕਿ ਹਰ ਵਾਰ ਰੀਡਿੰਗ ਬੜੀ ਇੰਟਰਸਟਿੰਗ ਆਉਂਦੀ ਹੈ, ਰੀਡਿੰਗ ਬੋਰਿੰਗ ਬਹੁਤ ਹੁੰਦੀ ਹੈ। ਪਰ ਕਹਿਣ ਦਾ ਮਤਲਬ ਇਹ ਕਿ ਮੈਂ ਤਾਂ ਤੁਹਾਨੂੰ ਹਰੇਕ ਸਟੈਪ ਕਲੀਅਰ ਕਰਵਾਉਂਗਾ ਨਾ। ਤਾਂ ਡੈਫੀਨਿਟਲੀ ਆਪਾਂ ਨੂੰ ਅੱਜ ਕੀ ਪਤਾ ਲੱਗ ਰਿਹਾ ਹੈਗਾ, ਉਧਰ ਆਪਾਂ ਨੂੰ ਉਹਨੇ ਕੀ ਕਿਹਾ, ਲਿਸਟ ਆਫ ਪੀਪਲ ਦੇ ਆਪਣੇ ਪਹਿਲਾਂ ਨਾਮ ਦੇਖੇ, ਨਾਲ ਦੀ ਨਾਲ ਆਪਾਂ ਚੁੱਪ ਕਰਕੇ ਲਿਸਟ ਆਫ ਪੀਪਲ ਦੇ ਇੱਧਰ ਆ ਕੇ ਸਾਰੇ ਨਾਮ ਲਿਖ ਲਏ। ਜਿੱਥੇ ਜਿੱਥੇ ਲਿਸਟ ਆਫ ਪੀਪਲ ਦੀ ਟਾਕ ਹੋ ਰਹੀ ਹੈ ਆਪਾਂ ਨੇ ਉਹ ਟਾਕ ਪੜ੍ਹੀ ਹੈ। ਇੱਧਰ ਕੀ ਸੀਗਾ, ਜਿਹੜਾ ਸਾਇੰਥੀਆ ਪੁਰੀ ਸੀਗਾ ਉਹ ਇੱਕ ਸਾਈਕੋਲੋਜਿਸਟ ਸੀਗਾ, ਉਹਨੇ ਇੱਕੋ ਗੱਲ ਕਹੀ ਸੀ। ਦੇਖਿਓ ਉਹਨੇ ਆਹ ਲਾਈਨ 'ਚ ਇੱਕ ਗੱਲ ਨਿਬੇੜੀ, ਕਹਿੰਦਾ ਪੁਆਇੰਟ ਹੈ ਜਿਹੜਾ ਕਰੇਜ ਹੈ, ਕਰੇਜ ਪਤਾ ਕੀ ਹੁੰਦਾ, ਹੌਸਲਾ। ਜਿਹੜਾ ਕਰੇਜ ਹੈ ਨਾ, ਜਿਹੜਾ ਹੌਸਲਾ ਹੈ ਨਾ, is not motivated by fearlessness। ਇਹ ਕੱਲਾ ਇਹ ਨਹੀਂ ਹੈਗਾ ਕਿ fearlessness ਹੈ, ਮਤਲਬ ਕੀ ਹੈ, ਜਿਹੜੇ ਬੰਦੇ 'ਚ ਡਰ ਨਹੀਂ ਹੈਗਾ, ਜਿਹੜਾ ਡਰਦਾ ਨਹੀਂ ਹੈਗਾ, ਉਹ 'ਚ ਹਿੰਮਤ ਹੈ। ਨਹੀਂ, ਇਹ ਤਾਂ ਕਹਿੰਦਾ ਮੋਰਲ ਆਬਲੀਗੇਸ਼ਨ ਹੈਗਾ। ਮਤਲਬ ਤੁਹਾਨੂੰ ਇਹ ਕਿੱਥੋਂ ਕਲੀਅਰ ਹੁੰਦਾ ਹੈ, ਜਦੋਂ ਤੁਸੀਂ ਮੋਟੀਵੇਸ਼ਨਲ ਚੀਜ਼ਾਂ ਸੁਣਦੇ ਹੋ। ਤਾਂ ਇਹਦਾ ਮੈਚ ਬਿਲਕੁਲ ਕਰ ਗਿਆ ਕਿ ਜਿਹੜਾ ਕਰੇਜ ਹੈ ਨਾ, ਉਹ ਸਿੱਖਿਆ ਪਤਾ ਕਿੱਥੋਂ ਜਾਂਦਾ ਹੈ, once it origins in a sense of responsibility are understood। ਚਲੋ ਇੱਕ ਵਾਰ ਆਪਾਂ ਦੇਖੀਏ ਟੌਡ। ਬਸ ਜਿੱਥੇ ਤੁਹਾਨੂੰ ਲਿਸਟ ਆਫ ਪੀਪਲ ਮਿਲੇਗਾ, ਇਹਨੂੰ ਡਾਇਰੈਕਟ ਸਾਈਕੋਲੋਜਿਸਟ ਕਹਿੰਦਾ ਸਾਈਕੋਲੋਜਿਸਟ ਟੌਡ ਕਸਡਨ ਹੈਜ਼ this advice for those people taking up a new passion। ਕਹਿੰਦੇ ਜਿਹੜਾ ਟੌਡ ਆ ਉਹ ਸਾਈਕੋਲੋਜਿਸਟ ਆ, ਉਹ ਐਡਵਾਈਸ ਕਿਹਨੂੰ ਕਰਦਾ, ਨਵੇਂ ਲੋਕਾਂ ਨੂੰ ਜਿਹੜੇ ਕਿ ਕੋਈ ਨਵਾਂ ਕੰਮ ਕਰਦੇ ਆ। as a newcomer ਜਦੋਂ ਤੁਸੀਂ ਕਹਿੰਦੇ ਨਵੇਂ ਹੁੰਨੇ ਹੋ, you also have to tolerate and laugh at your own ignorance। ਤੁਹਾਨੂੰ ਆਪਣੇ ਆਪ ਤੇ ਟੋਲਰੇਟ, ਜਦੋਂ ਤੁਸੀਂ ਨਵੇਂ ਹੁੰਨੇ ਹੋ ਤੁਹਾਨੂੰ ਟੋਲਰੇਟ ਵੀ ਕਰਨਾ ਪੈਂਦਾ, ਕਈ ਵਾਰੀ ਆਪਦੇ ਆਪ ਦੇ ਹੱਸਣਾ ਵੀ ਪੈਂਦਾ ਹੈ। ਤਾਂ ਡੈਫੀਨਿਟਲੀ ਕੀ ਹੋ ਰਿਹਾ ਹੈਗਾ, ਉਹ ਇੱਕ ਜਿਹੜਾ ਸਾਈਕੋਲੋਜਿਸਟ ਹੈਗਾ, ਕੀ ਨਾਮ ਹੈ ਉਹਦਾ, ਟੌਡ ਹੈਗਾ, ਉਹ ਇੱਕ ਸਲਾਹ ਦਿੰਦਾ, ਐਡਵਾਈਸ ਦਿੰਦਾ ਹੈ ਕਿ ਪੀਪਲ ਹੈ ਜਿਹੜੇ ਨਵੇਂ ਲੋਕ ਨੇ, ਜਿਹੜੇ ਪੈਸ਼ਨ ਹੈਗਾ, ਨਿਊ ਕਮਰ ਕੌਣ ਹੁੰਦੇ ਨੇ, ਜਿਹੜੇ ਨਵਾਂ ਕੰਮ ਕਰਦੇ ਆ, ਕੋਈ ਵੀ ਨਵਾਂ ਕੰਮ, ਉਹ ਕਹਿੰਦੇ ਯੂ ਆਲਸੋ ਹੈਵ ਟੂ ਟੋਲਰੇਟ। ਸ਼ੁਰੂ 'ਚ ਤੁਹਾਨੂੰ ਬਹੁਤ ਚੀਜ਼ਾਂ ਸਹਿਣ ਕਰਨੀਆਂ ਪੈਂਦੀਆਂ ਨੇ, ਤੇ ਕਦੇ ਹੱਸਣਾ ਵੀ ਪੈਂਦਾ ਹੈ ਆਪਦੀ ਇਗਨੋਰੈਂਸ ਦੇ ਉੱਤੇ। ਹਾਂਜੀ, you must be willing to accept the negative feelings that come your way, he says। ਕਹਿੰਦੇ ਕਈ ਵਾਰੀ ਤੁਹਾਨੂੰ 네ਗੇਟਿਵ ਫੀਲਿੰਗਸ ਨੂੰ ਵੀ ਐਕਸੈਪਟ ਕਰਨਾ ਪੈਂਦਾ, ਜਿਹੜੀਆਂ ਤੁਹਾਡੇ ਰਸਤੇ 'ਚ ਆਉਂਦੀਆਂ ਨੇ। ਉਹ ਨਿਊ ਕਮਰਸ ਨੂੰ ਕੀ ਕਰ ਰਿਹਾ, ਸੁਜੈਸਟ ਕਰ ਰਿਹਾ। ਚਲੋ ਦੇਖੀਏ ਇਧਰ ਮੈਚ ਕਰਕੇ ਆਪਣੇ ਕੋਲੇ ਹੁੰਦਾ ਹੈ ਮੈਚ। ਤਾਂ ਡੈਫੀਨਿਟਲੀ ਆਪਣੇ ਕੋਲੇ 2 ਆਨਸਰ ਤਾਂ ਬਿਲਕੁਲ ਘਟ ਗਏ।
ਦੋ ਕੱਟ ਕੇ ਮਤਲਬ ਕੀ ਹੈਗਾ ਕਿ ਇੱਕ ਤਾਂ ਇਹ ਨਹੀਂ ਆਉਂਦਾ ਤੇ ਡੈਫੀਨਿਟਲੀ ਇਹ ਵੀ ਨਹੀਂ ਆਉਂਦਾ। ਹੁਣ ਤੁਸੀਂ ਇਹ ਦੇਖ ਲਓ ਵੀ ਨਿਊ ਕਮਰਸ ਦਾ ਕੋਈ 19 ਤੇ 20 ਨਾਲ ਵਾਹ ਵਾਸਤਾ ਹੈਗਾ ਜਾਂ ਨਾ ਕਿ ਖਾਲੀ ਹੈ। ਦੇਖਿਓ, it is important for people to actively notice when good things happen। No, ਮਤਲਬ ਨਹੀਂ, ਆ ਤਾਂ ਗੱਲ ਕਰਿਓ ਨਹੀਂ ਆਪਾਂ ਨੇ, ਠੀਕ ਹੈ ਨਾ। ਬਚਿਆ ਇੱਕ, people must accept that they do not know much when first trying something new। ਹਾਂ ਕਹਿੰਦੇ ਲੋਕਾਂ ਨੂੰ ਐਕਸੈਪਟ ਕਰਨਾ ਚਾਹੀਦਾ ਹੈ ਕਿ ਸਾਨੂੰ ਕਈ ਜਦੋਂ ਆਪਾਂ ਨਵੇਂ ਕੋਈ ਕੰਮ ਸ਼ੁਰੂ ਕਰਦੇ ਆ ਤਾਂ ਆਪਾਂ ਨੂੰ ਉਹਦੇ ਬਾਰੇ ਜ਼ਿਆਦਾ ਨਹੀਂ ਪਤਾ ਹੁੰਦਾ। ਉਹ ਕਹਿੰਦੇ ਸੀ ਨਾ ਕਿ ਇਗਨੋਰੈਂਸ ਵੀ ਹੁੰਦੀ ਆ, ਆਪਦੇ ਆਪ ਤੇ ਹੱਸਣਾ ਵੀ ਪੈਂਦਾ ਜਦੋਂ ਆਪਾਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਆ। ਤਾਂ ਡੈਫੀਨਿਟਲੀ ਕਿਸੇ ਨਿਊ ਕਮਰਸ ਦੀ ਗੱਲ ਸੀ ਨਾ, ਤਾਂ ਨਿਊ ਕਮਰਸ ਕੌਣ ਹੁੰਦੇ ਨੇ? ਫਸਟ ਟਰਾਈਂਗ, ਜਿਹੜੇ ਪਹਿਲੀ ਵਾਰ ਕਿਸੇ ਚੀਜ਼ ਨੂੰ ਟਰਾਈ ਕਰਦੇ ਨੇ। ਕਾਲਜ 'ਚ ਵੀ ਨਿਊ ਕਮਰਸ ਹੁੰਦੇ ਨੇ ਨਾ, ਬਿਜ਼ਨਸ 'ਚ ਵੀ ਨਿਊ ਕਮਰਸ ਹੁੰਦੇ ਨੇ, ਆਇਲਸ ਦੀ ਕਲਾਸ 'ਚ ਵੀ ਨਿਊ ਕਮਰਸ ਹੁੰਦੇ ਨੇ, ਜਿਹੜੇ ਨਵੇਂ ਲੋਕ ਨੇਗੇ ਉਹਨਾਂ ਦੀ ਟਾਕ। ਹੁਣ ਲਾਸਟ ਤੇ ਕੀ ਰਹਿ ਗਿਆ ਆਪਣੇ ਕੋਲੇ? ਇੱਕ ਕੁਐਸਚਨ ਹੈਗਾ, ਦੋ ਰਾਈਟਰ ਨੇ। ਕੁਐਸਚਨ ਕੀ ਹੈ? ਇਟ ਇਜ਼ ਇੰਪੋਰਟੈਂਟ ਫॉर ਪੀਪਲ ਟੂ ਐਕਟਿਵਲੀ ਨੋਟਿਸ ਵੈਨ ਗੁੱਡ ਥਿੰਗਸ ਹੈਪਨ। ਹਾਂ, ਲੋਕਾਂ ਨੂੰ ਚੀਜ਼ਾਂ ਨੂੰ ਨੋਟਿਸ ਕਰਨਾ ਚਾਹੀਦਾ ਜਦੋਂ ਕੁਝ ਵਧੀਆ ਹੁੰਦਾ ਹੈ। ਚਲੋ ਤੁਸੀਂ ਇੱਕ ਚੀਜ਼ ਦੇਖ ਕੇ ਦੇਖੋ, ਆਪਣੇ ਕੋਲੇ ਦੋ ਰਾਈਟਰ ਰਹਿ ਗਏ। ਦੋ ਰਾਈਟਰ ਕਿਹੜੇ ਕਿਹੜੇ ਰਹਿ ਗਏ? ਇੱਕ ਰਹਿ ਗਿਆ ਡੇਵਿਡ, ਆ ਦੋ ਰਾਈਟਰ ਰਹਿ ਗਏ, ਇੱਕ ਤਾਂ ਇਹ ਰਹਿ ਗਿਆ, ਇੱਕ ਇਹ ਰਹਿ ਗਿਆ। ਆਪਾਂ ਚਲੋ ਇਹਨੂੰ ਪੜ੍ਹਦੇ ਹਾਂ, ਸੁਜ਼ਾਨੇ, ਠੀਕ ਹੈ। ਸੁਜ਼ਾਨੇ ਸੈਗਰਸਟ੍ਰੋਮ ਕੀ ਕਰ ਰਹੀ ਹੈ? ਪ੍ਰੋਫੈਸਰ ਆਫ ਸਾਈਕੋਲੋਜੀ at the University of Kentucky believes that the key of increasing optimism is through cultivating optimistic behavior rather than positive thinking। ਹਾਂ ਕਹਿੰਦੇ ਜਿਹੜੀ ਉਹ ਕਹਿੰਦੀ ਪਈ ਆ ਕਿ ਜਿਹੜੀ ਆਪਟਿਮਿਜ਼ਮ ਆ ਉਹ ਕੀ ਹੈ, ਜਿਹੜਾ ਬਿਹੇਵੀਅਰ ਹੁੰਦਾ ਨਾ ਉਹ ਪੋਜ਼ਿਟਿਵ ਥਿੰਕਿੰਗ ਨਾਲ ਹੁੰਦਾ ਕਿ ਜਿਵੇਂ ਅਸੀਂ ਪੋਜ਼ਿਟਿਵ ਸੋਚਦੇ ਆ ਬਿਹੇਵੀਅਰ ਉਦਾਂ ਦਾ ਹੋ ਜਾਂਦਾ ਹੈ। ਕਹਿੰਦਾ she recommends you train yourself to one second pay attention to good fortune by writing down 3 positive things that come about each day। ਕਹਿੰਦੇ ਕਿ ਸਾਨੂੰ ਧਿਆਨ ਦੇਣਾ ਚਾਹੀਦਾ ਕਿ ਸਾਡੇ ਪੂਰੇ ਦਿਨ 'ਚ ਕਿਹੜੀਆਂ 3 ਚੰਗੀਆਂ ਗੱਲਾਂ ਸਾਡੀ ਲਾਈਫ 'ਚ ਹੋਈਆਂ ਨੇ, ਉਹਨਾਂ ਨੂੰ ਅਟੈਂਸ਼ਨ ਦੇਣੀ ਚਾਹੀਦੀ ਆ। This will help you convince yourself that favorable outcomes actually happen all the time। ਕਹਿੰਦੇ ਇਹਦਾ ਮਤਲਬ ਹੋਊਗਾ ਕਿ ਸਾਨੂੰ ਆਪਾਂ ਨੂੰ ਪਤਾ ਲੱਗੂਗਾ ਕਿ ਸਾਡੀ ਜ਼ਿੰਦਗੀ 'ਚ ਕਈ ਚੀਜ਼ਾਂ ਵਧੀਆ ਵੀ ਹੁੰਦੀਆਂ ਨੇ। Making it easier to begin taking action। ਇਹਦੇ ਨਾਲ ਅਸੀਂ ਅੱਗੇ ਐਕਸ਼ਨਸ ਲੈਣ ਦੇ ਲਈ ਸੌਖੇ ਹੋ ਜਾਂਦੇ ਆ। ਤਾਂ ਦੇਖੋ 20 ਕੀ ਕਹਿ ਰਿਹਾ? It is important for people to actively notice when good things happen। ਉਹਨੇ ਕਿਹਾ ਨਾ ਜ਼ਿੰਦਗੀ 'ਚ ਜੇ ਕੁਝ ਵਧੀਆ ਹੁੰਦਾ ਤਾਂ 3 ਚੀਜ਼ਾਂ ਨੂੰ ਲਿਖੋ ਜ਼ਰੂਰ। ਤਾਂ ਡੈਫੀਨਿਟਲੀ ਉਹ ਕਹਿੰਦਾ ਵੀ ਜਿਹੜੀਆਂ ਹਰ ਰੋਜ਼ ਤੁਸੀਂ ਜਿਹੜੀਆਂ 3 ਚੀਜ਼ਾਂ ਚੰਗੀਆਂ ਕਰਦੇ ਹੋ, ਹਰ ਕੋਨੇ ਲਿਖਿਆ ਹੈਗਾ, ਕਹਿੰਦਾ ਗੁੱਡ ਫੋਰਚੂਨ ਹੁੰਦੀ ਹੈ ਕਿਸਮਤ, ਬਾਈ ਰਾਈਟਿੰਗ ਡਾਊਨ 3 ਪੋਜ਼ਿਟਿਵ ਥਿੰਗਸ। ਤੁਸੀਂ 3 ਆਪਦੀਆਂ ਪੋਜ਼ਿਟਿਵ ਚੀਜ਼ਾਂ ਲਿਖ ਸਕਦੇ ਹੋ। ਉਧਰ ਕੁਐਸਚਨ ਦੇਖੋ ਕੀ ਕਹਿੰਦਾ ਸੀਗਾ, ਕਹਿੰਦਾ ਇਟ ਇਜ਼ ਇੰਪੋਰਟੈਂਟ ਫॉर ਪੀਪਲ ਐਕਟਿਵਲੀ ਨੋਟਿਸ ਵੈਨ ਗੁੱਡ ਥਿੰਗਸ ਹੈਪਨ। ਲੋਕਾਂ ਨੂੰ ਚਾਹੀਦਾ ਜਦੋਂ ਉਹਨਾਂ ਨਾਲ ਕੋਈ ਚੰਗੀਆਂ ਚੀਜ਼ਾਂ ਵਾਪਰਨ ਨਾ, ਉਹਨਾਂ ਨੂੰ ਰਾਈਟ ਡਾਊਨ ਕਰ ਲਿਆ ਕਰਨ। ਅੱਜ ਦੀ ਰੀਡਿੰਗ ਸਭ ਤੋਂ ਬੋਰਿੰਗ ਰੀਡਿੰਗ ਸੀਗੀ। ਮੇਰਾ ਦਿਲ ਕਰਦਾ ਸੀ ਮੈਂ ਅੱਧ ਵਿਚਾਲੇ ਛੱਡਦਾ, ਪਰ ਰੀਜ਼ਨ ਇਹ ਸੀਗਾ ਕਿ ਪੇਪਰ 'ਚ ਮਜਬੂਰੀ ਸੀਗੀ, ਕਿਉਂਕਿ ਇਹ ਰੀਡਿੰਗ ਜਿਹੜੀ ਲਾਸਟ ਜਿਹੜਾ ਪੇਪਰ ਹੁਣ ਲੰਘ ਕੇ ਗਿਆ ਨਾ ਬੱਚਿਆਂ ਦਾ, ਉਹ 'ਚ ਆਈ ਸੀਗੀ। ਬਿਲਕੁਲ ਸੇਮ ਪੇਪਰ ਦੇ ਵਿੱਚ ਆ ਰੀਡਿੰਗ ਆਈ ਸੀ, ਤਾਂ ਮੈਨੂੰ ਕਰਾਉਣਾ ਮੇਰੇ ਲਈ ਮਜਬੂਰੀ ਸੀਗਾ, ਨਹੀਂ ਮੈਂ ਕਦੇ ਵੀ ਆ ਰੀਡਿੰਗ ਨੂੰ ਹਿੱਟ ਨਾ ਕਰਦਾ। ਠੀਕ ਆ, ਬੋਰਿੰਗ ਜ਼ਰੂਰ ਸੀ, ਪਰ ਮੈਂ ਤੁਹਾਨੂੰ ਕੁਝ ਕੁ ਚੀਜ਼ਾਂ ਇਹਦੀਆਂ ਸ਼ੋਅ ਕਰਦਾ ਨਾ ਕਿ ਆਨਸਰ ਕਿਵੇਂ ਕਿਵੇਂ ਸੀ ਆਪਣੇ। ਸਭ ਤੋਂ ਇੰਪੋਰਟੈਂਟ ਕੀ ਸੀਗਾ, ਆਪਾਂ ਨੂੰ ਇਹ ਪਤਾ ਸੀ ਕਿ ਜਿਹੜਾ ਆ ਕੁਐਸਚਨ ਸੀ ਆਪਣਾ ਸ਼ਾਈਨੈਸ, ਇਹ ਇੰਟਰੋਵਰਟ ਨਾਲ ਜੁੜਿਆ ਹੋਇਆ ਸੀਗਾ। ਇੰਟਰੋਵਰਟ। ਕरेज ਕੈਨ ਬੀ ਲਰਨਡ, ਉਹ ਕਹਿੰਦਾ ਸੀ ਵੀ ਜਿਹੜਾ ਕरेज ਹੈ ਨਾ, ਉਹ ਕੱਲਾ ਇਹ ਨਹੀਂ ਹੈਗਾ ਕਿ ਐਵੇਂ ਸਿੱਖਿਆ ਜਾਂਦਾ ਹੈਗਾ, ਉਹ ਮੋਰਲ ਤੋਂ ਸਿੱਖਿਆ ਜਾਂਦਾ ਹੈਗਾ। people must accept do not know much a first trying, ਉਹ ਸੀ ਨਾ ਜਿਹੜੇ ਸ਼ੁਰੂਆਤ ਕਰਨ ਵਾਲੇ ਸੀਗੇ, ਉਹਨਾਂ ਦਾ ਸੀਗਾ ਆਪਣਾ। ਠੀਕ ਹੈ, ਨਿਊ ਕਮਰਸ ਫਸਟ ਟਰਾਈਂਗ। ਤੇ ਲਾਸਟ ਸੀਗਾ ਕਿ ਗੁੱਡ ਥਿੰਗਸ ਹੈਪਨ, ਕਿ ਬੰਦੇ ਦੀ ਜ਼ਿੰਦਗੀ 'ਚ ਕੋਈ ਵੀ ਨਵੀਆਂ ਚੀਜ਼ਾਂ ਵਾਪਰਦੀਆਂ ਨੇ। ਸਭ ਤੋਂ ਡਿਫਰੈਂਟ ਹੈ, ਪਰ ਇਹ ਗੱਲ ਯਾਦ ਰੱਖਿਓ ਕਿ ਕੋਈ ਬਹਾਨਾ ਨਹੀਂ ਹੈਗਾ, ਸਾਨੂੰ ਕਰਨਾ ਪਊਗਾ ਤਾਂ ਪਊਗਾ, ਇਹ ਮਜਬੂਰੀ ਹੈ। ਲਾ ਲਓ, ਦੈਟਸ ਇਟ।